प्रभ कै सिमरन गर्भ न वसै। प्रभ कै सिमरन दुख जम नसै। सुख मनी सुख अमृत प्रभ नाम। भगत जना कै मन बिसरा। प्रभ कै सिमरन गर्भ न वसै। प्रभ कै सिमरन दुख जम नसै। परताप तुम्हारा देख के जमदूत छड़ जाए। दो कालम परनासी दयालम स्वरूपे। सदा अंग संगे अपंगं विभूते। हाजरा हजूर सर्व कला भरपूर समर्थ गुरु लोक परलोक दे रखियक भगत वशल ज्ञान दे सागर दसां पातशाहियां दी जोत सतगुरु धन धन श्री गुरु ग्रंथ साहिब जी महाराज सतगुरु जी दी पावन पवित्र गोद दे विच गुरु शब्द दे नाल जुड़ बैठी सत्संग जी आप जी धनता दे ओड़ भागे हो। सतगुरु जी ने अपार बख्शिश दया की है। जीवन दे बचे हुए सवासां नूं लेखे विच लाउण दा बहुत ही प्यारा समा बख्शिया। साडा जीवन साडे सवास लेखे विच लग जाण। गुरु दी मेहर कृपा दे पात्र बन जाइए। सो इसलिए अपने सतगुरु तो असीस प्राप्त करिए, मेहर प्राप्त करिए, तां जो साडा अपने मालक दे नाल मिलाप हो सके। मिलो प्यारे जिया प्रभ किया तुम्हारा थिया। तुमरी कृपा ते मानुक देह पाई है, देहो दर्श हराया। उस दी कृपा दे नाल ये मनुखी देही जामा प्राप्त होया। सो इसलिए ये साडा समा जीवन जिहड़ा लेखे विच लग जाए। बहुत जन्म विश्वरे थे माधो यह जन्म तुम्हारे लिखे। कह रविदास आस लग जीवो चिर भयो दर्शन दिखे।
ਸਾਡਾ ਜੀਵਨ ਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਏ ਜਾਂ ਜੁੜ ਜਾਏ, ਇਸ ਵਾਸਤੇ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਨਤਮਸਤਕ ਹੁੰਦੇ ਹਾਂ, ਸੇਵਾ ਸਿਮਰਨ ਕਰਦੇ ਹਾਂ ਔਰ ਗੁਰੂ ਤੋਂ ਖੁਸ਼ੀਆਂ ਲੈ ਕੇ ਆਪਣੇ ਘਰ ਨੂੰ ਜਾਂਦੇ ਹਾਂ। ਸੋ ਸਾਡੀ ਗੁਰੂ ਦੇ ਅੱਗੇ ਹਮੇਸ਼ਾ ਅਰਜ਼ ਹੁੰਦੀ ਹੈ ਗਰਜ ਦੇ ਲਈ। ਸਾਡੀ ਅਰਜ਼ ਦੇ ਵਿੱਚ ਗਰਜ ਛੁਪੀ ਹੁੰਦੀ ਹੈ। ਸੋ ਗੁਰੂ ਜੀ ਸਾਡੀ ਅਰਜ਼ ਗਰਜ ਪੂਰੀ ਕਰ ਦਿੰਦੇ ਨੇ। ਪਰ ਜੇਕਰ ਸਿੱਖ ਗੁਰੂ ਜੀ ਦੇ ਉਹਨਾਂ ਫਰਜ਼ਾਂ ਨੂੰ ਨਿਭਾ ਲਏ ਜੋ ਗੁਰਬਾਣੀ ਕਹਿੰਦੀ ਹੈ, ਜੋ ਗੁਰਬਾਣੀ ਕਹਿੰਦੀ ਹੈ, ਜੇ ਉਸ ਫਰਜ਼ ਨੂੰ ਮੰਨ ਲਏ ਜਿਸ ਨੂੰ ਬਾਣੀ ਕਹਿੰਦੀ ਹੈ, ਗੁਰੂ ਸਤਿਗੁਰ ਕਾਜੋ ਸਿੱਖਿਆ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ। ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਜੋ ਇਹਨਾਂ ਪੰਕਤੀਆਂ ਨੂੰ ਮੰਨਦਾ ਹੈ, ਜੋ ਇਹਨਾਂ ਪੰਕਤੀਆਂ ਤੇ ਚੱਲਦਾ ਹੈ, ਸੋ ਗੁਰੂ ਦੀ ਬਖਸ਼ਿਸ਼ ਕਿਰਪਾ ਦੇ ਨਾਲ ਉਹ ਗੁਰੂ ਤੋਂ ਅਸੀਸ ਵੀ ਲੈਂਦਾ, ਗੁਰੂ ਦੀ ਮਿਹਰ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਸੋ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਏ ਹਾਂ, ਬੜਭਾਗੇ ਹਾਂ। ਪਰ ਨਾਲ ਗੁਰੂ ਪਾਤਸ਼ਾਹ ਨੇ ਇਹ ਵੀ ਪੰਕਤੀਆਂ ਫਰਮਾਨ ਕੀਤੀਆਂ ਹਨ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਜੋ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਜੋ ਸਤ ਸੰਗਤ ਨਹੀਂ ਕਰਦਾ, ਉਸ ਦਾ ਜੀਵਨ ਜਿਹੜਾ ਹੈ ਉਹ ਵਧੀਆ ਨਹੀਂ ਹੈ। ਉਸ ਦਾ ਜੀਵਨ ਜਿਹੜਾ ਹੈ, ਮਹਾਰਾਜ ਜੀ ਕਹਿੰਦੇ ਨੇ, ਉਹ ਤਿਰਕਾਰ ਹੈ, ਉਹ ਧਰਤੀ ਤੇ ਭਾਰ ਹੈ। ਇਸ ਕਰਕੇ ਜਿੱਥੇ ਕਿਸੇ ਦੀ ਆਸਥਾ ਹੈ, ਆਪਣੇ ਰੱਬ ਦਾ, ਆਪਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜੇ ਕੋਈ ਰਾਮ ਕਹਿੰਦਾ ਤੇ ਉਸ ਨੂੰ ਮੰਦਿਰ ਵਿੱਚ ਜਾ ਕੇ ਆਪਣੇ ਉਸ ਰਾਮ ਭਗਵਾਨ ਦਾ ਸ਼ੁਕਰਾਨਾ ਕਰਨਾ ਚਾਹੀਦਾ। ਜੇ ਕੋਈ ਮੁਸਲਮਾਨ ਹੈ ਤੇ ਉਸ ਨੂੰ ਕਹਿੰਦੇ ਮਸਜਿਦ ਵਿੱਚ ਜਾਣਾ ਚਾਹੀਦਾ ਹੈ। 5 ਨਿਵਾਜ਼ਾਂ ਜਿਹੜੀਆਂ ਨੇ ਅਦਾ ਕਰਨੀਆਂ ਚਾਹੀਦੀਆਂ ਨੇ। ਜੇ ਕੋਈ ਸਿੱਖ ਹੈ ਤੇ ਉਸ ਨੂੰ ਆਪਣੇ ਗੁਰੂ ਦੇ ਦੁਆਰੇ ਆਉਣਾ ਚਾਹੀਦਾ ਹੈ, ਗੁਰੂ ਦੇ ਕੋਲ ਬੈਠਣਾ ਚਾਹੀਦਾ ਹੈ, ਗੁਰੂ ਦੀ ਗੱਲ ਸੁਣਨੀ ਚਾਹੀਦੀ ਹੈ। ਅਸੀਂ ਰੋਜ਼ ਹੀ ਇਸ ਬਾਰੇ ਬਹੁਤ ਜ਼ਿਆਦਾ ਸਰਵਣ ਕਰਦੇ ਹਾਂ ਵੀ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾ। ਸੋ ਗੁਰੂ ਦੀ ਮਿਹਰ ਕਿਰਪਾ ਹੋ ਗਈ ਹੈ, ਗੁਰੂ ਦੇ ਚਰਨਾਂ ਵਿੱਚ ਪਹੁੰਚ ਗਏ ਹਾਂ। ਸੋ ਗੁਰੂ ਤੋਂ ਹੁਣ ਬਖਸ਼ਿਸ਼ ਪ੍ਰਾਪਤ ਅਸੀਂ ਕਰਨੀ ਹੈ। ਗੁਰੂ ਦਾ ਬਹੁਤ ਪਿਆਰਾ ਸ਼ਬਦ ਹੈ, ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ, ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਪੰਕਤੀਆਂ ਆਰੰਭ ਹੋਈਆਂ ਹਨ। ਸੋ ਇੱਕ ਇੱਕ ਪੌੜੀ ਕਰਕੇ ਅਸੀਂ ਸ਼ਬਦ ਦੀ ਵਿਚਾਰ ਕਰਨੀ ਹੈ, ਅਰਥ ਮਹਾਰਾਜ ਜੀ ਕੋਲੋਂ ਸਮਝਣੇ ਹਨ, ਜਿਵੇਂ ਮਹਾਰਾਜ ਜੀ ਬਖਸ਼ਿਸ਼ ਕਰਨਗੇ। ਸੋ ਅੱਜ ਰਹਾਉ ਦੀ ਪੰਕਤੀ ਦੇ ਨਾਲ ਸ਼ਬਦ ਦੀ ਆਰੰਭਤਾ ਹੋਈ ਹੈ। ਸ਼ਬਦ ਵੱਲ ਧਿਆਨ ਦਿੰਦੇ ਹਾਂ ਔਰ ਜੋ ਪ੍ਰਮਾਣ ਸਾਨੂੰ ਆਉਣਗੇ ਬਹੁਤ ਪਿਆਰੇ, ਉਹ ਗੁਰੂ ਦੀ ਸਿੱਖਿਆ ਹੈ, ਉਹ ਗੁਰੂ ਦਾ ਸਿਧਾਂਤ ਹੈ, ਉਸ ਨੂੰ ਅਸੀਂ ਜੀਵਨ ਦੇ ਵਿੱਚ ਅਪਣਾਉਣਾ ਹੈ, ਅਸੀਂ ਉਸ ਨੂੰ ਮੰਨਣਾ ਹੀ ਹੈ। ਸੋ ਇਸ ਲਈ ਸ਼ਬਦ ਦੀ ਆਰੰਭਤਾ ਰਹਾਉ ਦੀ ਪੰਕਤੀ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਕਹਿਣ ਦਾ ਭਾਵ ਹੈ, ਕੱਲ ਵੀ ਤੁਸੀਂ ਸ਼ਰਵਣ ਕੀਤਾ ਸੀ, ਜਿੰਨੀ ਹੀ ਬਾਣੀ ਹੈ ਗੁਰੂ ਸਾਹਿਬਾਨ ਦੀ, ਭਗਤਾਂ ਦੀ, ਭੱਟਾਂ ਦੀ, ਗੁਰਸਿੱਖਾਂ ਦੀ ਜਿੰਨੀ ਵੀ ਬਾਣੀ ਹੈ, ਇਹ ਸਾਰੀ ਹੀ ਸੁਖਦਾਈ ਹੈ, ਸੁਖ ਰੂਪ ਹੈ। ਹਰ ਕੋ ਨਾਮ ਸਦਾ ਸੁਖਦਾਈ। ਗੁਰਬਾਣੀ ਜਿਹੜੀ ਸਾਰੀ ਹੈ, ਸਾਰੀ ਹੀ ਸੁੱਖਾਂ ਦੀ ਮਣੀ ਹੈ।
ਜਿਵੇਂ ਅਸੀਂ ਠੇਠ ਪੰਜਾਬੀ ਵਿੱਚ ਬੋਲ ਦਿੰਦੇ ਹਾਂ, ਗੁੜ ਦੀ ਪੇਸੀ ਨੂੰ ਜਿੱਧਰੋਂ ਮਰਜ਼ੀ ਅਸੀਂ ਦੰਦੀ ਵੱਢ ਲਈਏ, ਚੱਕ ਵੱਢ ਲਈਏ, ਉਹ ਮਿੱਠੀ ਹੀ ਹੁੰਦੀ ਹੈ। ਜਾਂ ਮਿਸ਼ਰੀ ਦੀ ਡਲੀ ਨੂੰ ਜਿੱਧਰੋਂ ਮਰਜ਼ੀ ਅਸੀਂ ਖਾ ਲਈਏ, ਦੰਦੀ ਵੱਢ ਲਈਏ, ਚੱਕ ਵੱਢ ਲਈਏ, ਉਹ ਸਾਨੂੰ ਮਿੱਠੀ ਹੀ ਲੱਗਦੀ ਹੈ। ਗੁਰਬਾਣੀ ਦੀ ਕੋਈ ਵੀ ਪੰਕਤੀ ਜਿੱਥੋਂ ਮਰਜ਼ੀ ਅਸੀਂ ਪੜ੍ਹ ਲਈਏ, ਗੁਰਬਾਣੀ ਸਾਨੂੰ ਹਮੇਸ਼ਾ ਸੇਧ ਦੇਗੀ, ਔਰ ਸੇਧ ਦੇ ਵਿੱਚ ਹੀ ਸੁੱਖ ਹੈ। ਜਦੋਂ ਸਾਨੂੰ ਗੁਰਬਾਣੀ ਸੇਧ ਦਿੰਦੀ ਹੈ, ਜਦੋਂ ਸਾਨੂੰ ਗੁਰਬਾਣੀ ਸਿੱਖਿਆ ਦਿੰਦੀ ਹੈ, ਜਦੋਂ ਸਾਨੂੰ ਗੁਰਬਾਣੀ ਵਿਚਾਰ ਦਿੰਦੀ ਹੈ, ਸਾਨੂੰ ਇਸ ਸਿੱਖਿਆ ਦੇ ਵਿੱਚੋਂ, ਵਿਚਾਰ ਦੇ ਵਿੱਚੋਂ ਸਤਸੰਗ ਜੀ ਸੁੱਖ ਮਿਲਦਾ, ਸੁੱਖ ਮਿਲਦਾ। ਜਾਂ ਮੈਂ ਬਹੁਤ ਸਿੰਪਲ ਉਦਾਹਰਨਾਂ ਦਿੰਦਾ ਹੁੰਨਾ, ਸਮਝ ਲੱਗ ਜਾਂਦੀ ਹੈ। ਜਦੋਂ ਮਾਂ ਬਾਪ ਸਾਨੂੰ ਸਿੱਖਿਆ ਦਿੰਦੇ ਨੇ, ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਨੇ, ਇਹਨੂੰ ਸੰਸਕਾਰ ਕਹਿੰਦੇ ਨੇ। ਤੇ ਇਹ ਜਿਹੜੀਆਂ ਚੰਗੀਆਂ ਗੱਲਾਂ, ਸੰਸਕਾਰ ਨੇ, ਸਾਡੀ ਸਾਰੀ ਜ਼ਿੰਦਗੀ ਦੇ ਵਿੱਚ ਕੰਮ ਆਉਂਦੇ ਨੇ। ਇਹ ਸਿੱਖਿਆ ਹੁੰਦੀ ਹੈ। ਤੇ ਇਸ ਕਰਕੇ ਸਿੱਖੀ ਸਿੱਖਿਆ ਗੁਰੂ ਵਿਚਾਰ। ਜਦੋਂ ਅਸੀਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਦੇ ਹਾਂ ਬਾਣੀ ਦੇ ਦੁਆਰਾ, ਤੇ ਫਿਰ ਸਾਡਾ ਸਾਰਾ ਹੀ ਜੀਵਨ ਜਿਹੜਾ ਹੈ ਉਹ ਬਹੁਤ ਹੀ ਖੁਸ਼ੀਆਂ ਵਾਲਾ, ਬਹੁਤ ਹੀ ਪ੍ਰਸੰਨਤਾ ਵਾਲਾ ਬਣ ਜਾਂਦਾ ਹੈ। ਸੋ ਮਹਾਰਾਜ ਜੀ ਫਰਮਾਨ ਕਰਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਬਾਣੀ। ਸੁਖਮਨੀ ਸਾਹਿਬ ਜੀ ਦੀ ਆਰੰਭ ਹੋਈ ਹੈ। ਜੋ ਬਾਣੀ ਨੂੰ ਪੜ੍ਹਦਾ, ਮਹਾਰਾਜ ਜੀ ਕਹਿੰਦੇ ਉਸ ਦੇ ਹਿਰਦੇ ਦੇ ਅੰਦਰ ਟਿਕਾ ਆ ਜਾਂਦਾ ਹੈ। ਭਗਤ ਜਨਾ ਕੈ ਮਨ ਬਿਸਰਾਮ। ਉਹ ਮਨੁੱਖ ਜੋ ਡੋਲਦਾ ਹੁੰਦਾ, ਅਡੋਲ ਹੋ ਜਾਂਦਾ ਹੈ। ਜਿਸ ਨੂੰ ਟਿਕਾ ਨਹੀਂ ਹੁੰਦਾ, ਜਿਸ ਦਾ ਮਨ ਟਿਕ ਕੇ ਬਹਿੰਦਾ ਨਹੀਂ, ਜਿਸ ਦਾ ਮਨ ਟਿਕ ਕੇ ਸੁਣਦਾ ਨਹੀਂ, ਜਿਹੜਾ ਦੌੜਿਆ ਤੇ ਭੱਜਿਆ ਰਹਿੰਦਾ ਹੈ, ਜੋ ਤ੍ਰਿਸ਼ਨਾ ਦੇ ਵਿੱਚ ਜਲਦਾ ਰਹਿੰਦਾ ਹੈ, ਮਹਾਰਾਜ ਜੀ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਟਿਕਾ ਆ ਜਾਂਦਾ ਹੈ, ਵਿਸ਼ਰਾਮ ਆ ਜਾਂਦਾ ਹੈ, ਉਹ ਰੁਕ ਜਾਂਦਾ ਹੈ। ਜਾਂ ਇੰਝ ਕਹਿ ਲਈਏ ਉਹ ਠਹਿਰ ਜਾਂਦਾ ਹੈ, ਉਹ ਵਿਚਾਰ ਕਰਨ ਲੱਗ ਜਾਂਦਾ ਹੈ। ਕਦੋਂ? ਜਦੋਂ ਉਹ ਸੁੱਖਾਂ ਦੀ ਮਣੀ ਬਾਣੀ ਨੂੰ ਪੜ੍ਹਦਾ ਹੈ, ਜਦੋਂ ਉਹ ਸੁੱਖਾਂ ਦੀ ਮਣੀ ਬਾਣੀ ਨੂੰ ਸਰਵਣ ਕਰਦਾ ਹੈ, ਤੇ ਉਸ ਦੇ ਹਿਰਦੇ ਦੇ ਅੰਦਰ ਟਿਕਾ ਆ ਜਾਂਦਾ। ਦੇਖੋ ਅਸੀਂ ਰੋਜ਼ ਕਥਾ ਕੀਰਤਨ ਸਰਵਣ ਕਰਦੇ ਹਾਂ, ਜਦੋਂ ਅਸੀਂ ਸ਼ਬਦ ਨਾਲ ਜੁੜਦੇ ਹਾਂ, ਵਿਚਾਰ ਨਾਲ ਜੁੜਦੇ ਹਾਂ, ਸਾਡੇ ਮਨ ਨੂੰ ਕਿੰਨਾ ਟਿਕਾ ਹੁੰਦਾ ਹੈ। ਮਨ ਜਦੋਂ ਗਿਆਨ ਦੀਆਂ ਗੱਲਾਂ ਸਰਵਣ ਕਰਦਾ ਹੈ, ਮਨ ਟਿਕਦਾ ਹੈ। ਜਿਹਦਾ ਮਨ ਗੁਰੂ ਦੇ ਚਰਨਾਂ ਨਾਲ ਭਿੱਜਾ ਹੁੰਦਾ ਨਾ, ਲੱਗਿਆ ਹੁੰਦਾ, ਉਹ ਟਿਕ ਜਾਂਦਾ ਹੈ। ਉਹ ਜਿੰਨਾ ਚਿਰ ਵੀ ਬਹਿੰਦਾ, ਜਿੰਨਾ ਚਿਰ ਵੀ ਰਹਿੰਦਾ, ਉਹ ਟਿਕ ਕੇ ਗੁਰੂ ਦੀ ਸਿਫਤ ਸਰਵਣ ਕਰਦਾ ਹੈ। ਸੋ ਇਸ ਲਈ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਆਪਣੇ ਸਤਿਗੁਰੂ ਦਾ ਸਿਮਰਨ ਕਰਨਾ, ਸਿਮਰਨ ਅਸੀਂ ਯਾਦ ਵੀ ਕਹਿ ਸਕਦੇ ਹਾਂ। ਯਾਦ, ਜਦੋਂ ਗੁਰੂ ਨੂੰ ਕੋਈ ਯਾਦ ਕਰਦਾ, ਜਦੋਂ ਗੁਰੂ ਨੂੰ ਕੋਈ ਯਾਦ ਕਰਦਾ ਤੇ ਉਸ ਦਾ ਜੀਵਨ ਜਿਹੜਾ ਹੈ ਉਹ ਬਹੁਤ ਹੀ ਸੁੰਦਰ ਬਣ ਜਾਂਦਾ ਹੈ। ਪ੍ਰਭੂ ਦੀ ਯਾਦ ਦੇ ਵਿੱਚ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਜੋ ਜੁੜਦਾ ਹੈ, ਉਹ ਇਸ ਸੰਸਾਰ ਦੇ ਵਿੱਚ ਮੁੜ ਮੁੜ ਕੇ ਆਉਣ ਜਾਣ ਦੇ ਚੱਕਰ ਤੋਂ ਬਚ ਜਾਂਦਾ ਹੈ। ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਉਹ ਗਰਭ ਦੇ ਵਿੱਚ ਨਹੀਂ ਆਉਂਦਾ। ਇੱਕ ਗਰਭ ਕਹਿੰਦੇ ਹਾਂ ਅਸੀਂ, ਜਿਹੜਾ ਪੇਟ ਦੇ ਵਿੱਚ ਕਿਸੇ ਵੀ ਬੱਚੇ ਦੁਆਰਾ ਜਨਮ ਲੈਣਾ, ਉਸ ਨੂੰ ਵੀ ਗਰਭ ਆਖਿਆ ਜਾਂਦਾ ਹੈ। ਉਹ ਵੀ ਗਰਭ ਹੈ। ਜਠਰ ਅਗਨ, ਉਸ ਨੂੰ ਵੀ ਗਰਭ ਕਹਿੰਦੇ ਹਨ। ਤੇ ਸੰਸਾਰ ਦੇ ਵਿੱਚ ਆ ਕੇ ਦੇਖੋ, ਜਿਸ ਧਰਤੀ ਤੇ ਅਸੀਂ ਰਹਿੰਦੇ ਨਾ, ਇਸ ਨੂੰ ਕਿਹਾ ਜਾਂਦਾ ਹੈ ਮਾਤਾ ਧਰਤ ਮਹਤ। ਹੁਣ ਮਾਤਾ ਧਰਤੀ ਦਾ ਤੇ ਪੇਟ ਹੈ ਨਹੀਂ, ਜਿਸ ਮਾਂ ਨੇ ਸਾਨੂੰ ਜੰਮਿਆ ਉਹਦਾ ਤੇ ਪੇਟ ਹੈ, ਉਹ ਤੇ ਗਰਭ ਮੰਨ ਲਿਆ।
ਵੀ ਉਸ ਪੇਟ ਦੇ ਵਿੱਚ ਅਸੀਂ 8-9 ਮਹੀਨੇ ਰਹਿਣ ਤੋਂ ਬਾਅਦ ਆਉਂਦੇ ਹਾਂ, ਉਸ ਨੂੰ ਤੇ ਅਸੀਂ ਗਰਭ ਮੰਨ ਲਿਆ, ਕਿਉਂਕਿ ਬਾਣੀ ਦਾ ਇਸ਼ਾਰਾ ਕੇਵਲ ਇੱਕ ਤਰਫਾ ਨਹੀਂ ਹੈ। ਜੇ ਹੁਣ ਧਰਤੀ ਨੂੰ ਮਾਤਾ ਧਰਤ ਮਹੱਤ ਕਰ ਦਿੱਤਾ, ਜਿਵੇਂ ਅਸੀਂ ਕਹਿੰਦੇ ਹਾਂ ਧਰਤੀ ਵੀ ਸਾਡੀ ਮਾਂ, ਧਰਤੀ ਤੇ ਰਹਿੰਦਾ ਮਨੁੱਖ ਵੀ ਗਰਭ ਦੇ ਵਿੱਚ ਹੋ ਸਕਦਾ ਤੇ ਗਰਭ ਦੇ ਵਿੱਚੋਂ ਨਿਕਲ ਸਕਦਾ। ਕਹਿੰਦੇ ਗਰਭ ਦੀ ਅਗਨੀ ਜਿਹੜੀ ਹੈ ਇਹਦੀ ਤਪਸ਼ ਬਹੁਤ ਹੈ, ਤੇ ਜੋ ਧਰਤੀ ਤੇ ਰਹਿੰਦੇ ਨੇ ਉਹ ਕਿਹੜੇ ਠੰਡੇ ਰਹਿੰਦੇ ਨੇ। ਧਿਆਨ ਦੇਣਾ, ਜੋ ਮਾਂ ਦੇ ਗਰਭ ਤੋਂ ਬਾਹਰ ਆ ਕੇ ਧਰਤੀ ਤੇ ਆਪਣੀ ਯਾਤਰਾ ਸ਼ੁਰੂ ਕਰਦੇ ਨੇ, ਉਹ ਕਿਹੜਾ ਆ ਕੇ ਸ਼ਾਂਤ ਜਾਂ ਠੰਡੇ ਰਹਿੰਦੇ ਨੇ। ਜੋ ਇਸ ਮਾਤਾ ਧਰਤ ਮਹੱਤ ਧਰਤੀ ਦੇ ਉੱਪਰ ਆ ਕੇ ਜਦੋਂ ਵਸਦੇ ਤੇ ਰਹਿੰਦੇ ਨੇ, ਜਿਹੜੇ ਧਰਤੀ ਤੇ ਆ ਕੇ ਵੀ ਸੁੱਖ ਨਹੀਂ ਪਾਉਂਦੇ, ਜੋ ਧਰਤੀ ਤੇ ਆ ਕੇ ਵੀ ਸ਼ਾਂਤ ਨਹੀਂ ਰਹਿੰਦੇ, ਉਹ ਵੀ ਇੱਕ ਗਰਭ ਵਾਲਾ ਹੀ ਦੁੱਖ ਮੰਨਿਆ ਜਾ ਸਕਦਾ। ਉਹ ਵੀ ਇੱਕ ਗਰਭ ਵਾਲਾ ਹੀ ਦੁੱਖ ਮੰਨਿਆ ਜਾ ਸਕਦਾ। ਇਸ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਹੜਾ ਦੁੱਖ ਹੈ ਨਾ ਉਹ ਕੇਵਲ ਮਾਂ ਦੇ ਗਰਭ ਵਾਲਾ ਨਹੀਂ ਹੈ, ਬਾਹਰ ਵੀ ਹੈ। ਕਿਉਂਕਿ ਮਹਾਰਾਜ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਵਿੱਚੋਂ ਗਰਭੇ ਨਿਕਲ ਆਇਆ, ਖਸਮ ਵਸਾਰ ਦੁਨੀ ਚਿਤ ਲਾਇਆ। ਜਦੋਂ ਇਹ ਗਰਭ ਦੇ ਵਿੱਚੋਂ ਬਾਹਰ ਆਉਂਦਾ ਤਦੋਂ ਵੀ ਇਹ ਦੁੱਖਾਂ ਦੇ ਨਾਲ ਘਿਰਿਆ ਜਾਂਦਾ, ਇਸ ਨੂੰ ਦੁੱਖ ਘੇਰ ਲੈਂਦੇ ਨੇ। ਉੱਥੇ ਵੀ ਕਹਿੰਦਾ ਦੁੱਖ ਸੀ ਤੇ ਬਾਹਰ ਆ ਕੇ ਦੁਖੀ ਕਿਉਂ ਹੋਇਆ? ਮਹਾਰਾਜ ਜੀ ਕਹਿੰਦੇ ਉਸ ਪਰਮੇਸ਼ਰ ਦੇ ਨਾਲੋਂ ਇਸ ਦਾ ਰਾਬਤਾ ਜਿਹੜਾ ਉਹ ਟੁੱਟ ਗਿਆ, ਜਾਂ ਉਸ ਰੱਬ ਦੇ ਨਾਲੋਂ ਇਹ ਦੂਰ ਹੋਣਾ ਸ਼ੁਰੂ ਹੋ ਗਿਆ। ਜਿਉਂ-ਜਿਉਂ ਸੰਸਾਰ ਦੇ ਵਿੱਚ ਸੰਸਕਾਰ ਇਸ ਤੇ ਭਾਰੂ ਹੋਏ, ਜਿਉਂ-ਜਿਉਂ ਸੰਸਾਰ ਦੀ ਬਨਾਵਟ ਸੁੰਦਰਤਾ ਨੂੰ ਇਹ ਦੇਖਦਾ ਗਿਆ, ਇਹ ਪਹਿਚਾਣਦਾ ਗਿਆ, ਇਹ ਰੰਗ ਕੁਸੁੰਭ ਵਾਲੇ ਸੰਸਾਰ ਨੇ ਇਸ ਨੂੰ ਪਰਮੇਸ਼ਰ ਤੋਂ ਦੂਰ ਕਰ ਦਿੱਤਾ। ਤੇ ਰੋਜ਼ ਪੜ੍ਹਦੇ ਹਾਂ ਪਰਮੇਸ਼ਰ ਤੇ ਭੁੱਲੀਆਂ ਵਿਆਪਨ ਸਭੇ ਰੋਗ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਸੋ ਬਾਣੀ ਤੋਂ ਦੂਰ, ਸਿੱਖਿਆ ਸਿਧਾਂਤ ਤੋਂ ਦੂਰ ਹੋ ਕੇ ਜੀਵਨ ਬਤੀਤ ਕਰਨਾ ਵੀ ਇੱਕ ਗਰਭ ਦੀ ਉਸ ਜਟਰ ਅਗਨ ਦੇ ਤਪਸ਼ ਵਾਂਗੂ ਹੈ। ਸੋ ਜਿਵੇਂ ਮੈਂ ਬੇਨਤੀ ਕਰ ਰਿਹਾ ਸੀ, ਇਸ ਧਰਤੀ ਤੇ ਵੀ ਲੋਕ ਤਪਦੇ ਨੇ, ਇਸ ਧਰਤੀ ਤੇ ਵੀ ਠੰਡੇ ਰਹਿੰਦੇ ਨੇ। ਉਸ ਗਰਭ ਦੇ ਵਿੱਚ ਵੀ ਲੋਕ ਤਪਦੇ ਨੇ, ਉਸ ਗਰਭ ਦੇ ਵਿੱਚ ਵੀ ਠੰਡੇ ਰਹਿੰਦੇ ਨੇ। ਠੰਡੇ ਕਿਹੜੇ ਰਹਿੰਦੇ ਨੇ? ਉਸ ਗਰਭ ਦੇ ਵਿੱਚ ਵੀ ਤੇ ਇਸ ਧਰਤੀ ਦੇ ਵਿੱਚ ਵੀ। ਜਿਨ੍ਹਾਂ ਨੂੰ ਬਾਣੀ ਦੇ ਵਿੱਚ ਆਖਿਆ ਗੁਰਮੁਖ, ਜਿਨ੍ਹਾਂ ਨੂੰ ਆਖਿਆ ਪਰਉਪਕਾਰੀ, ਜਿਨ੍ਹਾਂ ਨੂੰ ਆਖਿਆ ਹਰੀ ਦੇ ਭਗਤ ਪਿਆਰੇ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਿਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਮੇਰੇ ਰਾਮ ਹਰ ਜਨ ਕਹਿ, ਹਉ ਬਲ ਜਾਈ, ਕੇਸਾਂ ਕਾਕਰ ਚਵਰ, ਢੁਲਾਵਾ ਚਰਨ ਧੂੜ ਮੁਖ ਲਾਈ। ਜਿਹੜੇ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ ਉਹ ਗਰਭ ਵਿੱਚ ਨਹੀਂ, ਗਰਭ ਦੇ ਦੁੱਖ ਨਹੀਂ ਸਹਿੰਦੇ। ਭਾਵੇਂ ਉਹਨਾਂ ਦੇ ਆਉਣ ਦਾ ਤਰੀਕਾ ਮਾਂ ਦੇ ਪੇਟ ਰਾਹੀਂ ਹੈ। ਸਾਡੇ ਜਿੰਨੇ ਗੁਰੂ ਭਗਤ ਰੱਬ ਦੇ ਪਿਆਰੇ ਸਾਰੇ ਉਹ ਗਰਭ ਰਾਹੀਂ ਇਸ ਸੰਸਾਰ ਦੇ ਵਿੱਚ ਆਏ। ਕੀ ਅਸੀਂ ਉਹਨਾਂ ਦੇ ਲਈ ਇਹ ਸ਼ਬਦ ਵਰਤ ਸਕਦੇ ਹਾਂ ਵੀ ਉਹ ਗਰਭ ਦੇ ਵਿੱਚ ਤੰਗੀ ਸਹਿ ਰਹੇ ਸੀ ਜਾਂ ਸਹਿੰਦੇ ਹਨ? ਨਹੀਂ, ਉਹ ਨਹੀਂ ਸਹਿੰਦੇ, ਉਹ ਮੁਕਤ ਹੁੰਦੇ ਨੇ। ਠੀਕ ਹੈ, ਇਹ ਜਿਹੜੀ ਕਿਰਿਆ ਬਣੀ ਹੋਈ ਹੈ, ਦੁਨੀਆ ਦੀ ਰੀਤ ਹੈ, ਇਸੇ ਹੀ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਆਇਆ ਜਾਂਦਾ ਹੈ, ਪਰ ਉਹ ਨਿਰਲੇਪ ਹੁੰਦੇ ਹਨ, ਉਹ ਮੁਕਤ ਹੁੰਦੇ ਹਨ। ਜਿਵੇਂ ਧਰਤੀ ਤੇ ਆ ਕੇ ਉਹਨਾਂ ਨੂੰ ਮਾਇਆ ਜਿਹੜੀ ਹੈ ਉਹ ਪ੍ਰਭਾਵਿਤ ਨਹੀਂ ਕਰਦੀ, ਇਸੇ ਤਰ੍ਹਾਂ ਉਹਨਾਂ ਨੂੰ ਮਾਂ ਦੇ ਗਰਭ ਦੀ ਅਗਨ ਵੀ ਜਿਹੜੀ ਹੈ ਉਹ ਜਿਹੜੀ ਹੈ ਤੱਤੀ ਹਵਾ ਨਹੀਂ ਲੱਗਣ ਦਿੰਦੀ, ਉਹਨਾਂ ਨੂੰ ਤੰਗ ਨਹੀਂ ਕਰਦੀ। ਉਹ ਮੁਕਤ ਹੁੰਦੇ ਹਨ, ਉਹ ਸਾਡੇ ਨਾਲੋਂ ਵੱਖਰੇ ਹੁੰਦੇ ਹਨ, ਸ੍ਰੇਸ਼ਟ ਹੁੰਦੇ ਹਨ। ਜਾਮਾ ਸਰੀਰ ਸਾਰਿਆਂ ਦਾ ਇੱਕੋ ਜਿਹਾ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ।
पर उन्होंने कोल जिहड़ी पावर अकाल पुरख ने बख्शी हुंदी है, जिहड़ी शक्ति बख्शी हुंदी है, जो जदों गुरु नानक देव जी संसार दे विच आए, गुरु नानक देव जी दा संसार दे विच आउणा ते एक कर्म दे बझे जीव दा संसार दे विच आउणा जमी आसमान दा फर्क है। असी कर्मां दे बझे जिहड़े इस धरती ते लेखा लैण ते देण आउंदे आ ते जिहड़े रब दे प्यारे हुंदे ने उन्हां नूं परमेश्वर भेजदा है। जिवें महाराज जी ये दसदे हैं ना भी चित न भयो हमरो आवन कै चुभी रही सुरत प्रभ चरणन में। मैं अपना सुत तोहे निभाजा भी मतलब मैनू परमेश्वर ने पुत्र बना के भेजिया। इस करके ऐसिया रूहां जड़ियां होंदियां ने वो मुक्त होंदियां ने, वो गर्भ दे विच नहीं होंदियां ना, वो इस धरती ते आउण तो पहला ते ना धरती ते ना धरती ते जाण तो बाद, वो मुक्ति होंदियां ने रूहां। इस करके बड़ी प्यारी पंक्ति आरंभ हुई है श्री सुखमनी साहिब जी दा। जाप है प्रभ कै सिमरन गर्भ ना वसे। ये तो चलो असी आ गल कर ली है, हुण अगली भी कर लैने आ। मरण तो बाद जां जीवन दे विच आउण तो पहला सानू जूना दे विच हो सकदा है भटकना पैंदा होवे जां असी भटकदे होईए। बाणी दे मुताबक जूना दे विच भटकदा है, भटकिया रोज ये पंक्तियां असी सरवण करते हाँ। कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर वृक्ष जो होयो। इस करके ये मनुख जिहड़ा है ये जूना दे विच जिउंदे जी भी जून भोगदा है ते मरण तो बाद भी भोगदा है। हो सकदा है इस धरती ते आउण तो पहला भी ये जूना दे विचों हो के आया होवे, क्योंकि बाणी दे विच ये भी लिखिया है फिरत प्रभ आया, फिर के इधर उधर जाके फिरत प्रभ आया, परया तौ सरनाए नानक की प्रभ बेनती अपनी भगती लाए, बहुत जन्म बिछड़े थे माधो। ये भी पंक्ति क्लीयर कर दी है भी असी बहुत चिर दे दूर सां, बहुत चिर दे टुटे होए सां, सानू ये जन्म भई प्राप्त मनुख देहरिया गोबिंद वलन की ए तेरी वरिया चिरंकाल ए देह संजरिया। जो मनुखी जामा ये ग्रंथां विच लिखिया है भी सानू चिरां दे बाद देरी दे बाद बहुत ज़्यादा समय दे बाद मिले है। इस करके इस जामे दे विच सानू कर्म कर लेने चाहिए ने, भावें सानू इस चीज़ का बहुता ज़्यादा ज्ञान नहीं है, भावें इस चीज़ का बहुता ज़्यादा ज्ञान नहीं है। और इस ज्ञान ते लोग तर्क भी करते हैं ये चीज़ां कोई नहीं होंदियां, बस ये जग मिठा अगला किन डिठा कई कह देंदे ने। वो अपनी जगह ठीक ने क्योंकि उन्होंने ये सोझी नहीं, क्योंकि गुरमत उन्हों का विषा नहीं रहा। वो गुरु घर नाल, गुरु शब्द नाल, सतसंगियां नाल, किसी रब दे प्यारे दे नाल जुड़े नहीं, जां उन्होंने संगत नहीं की। उन्हों का इस चीज़ नूं ना कहना नैचुरली है, कुदरती है। जिसने कोई देश ना देखा होवे कह सकता है मैनू की पता वो देश है या नहीं। जिसने देखा होवे उस देश बारे बहुत कुछ दस सकता है। तुसी कैनेडा बैठे हो, अमेरिका बैठे हो, जिहड़ा कदी गया ही नहीं, उसनों की पता है भी फलाना टावर कित्थे है, जां फलानी नदी कित्थे वगदी है, जां नियागरा फल कित्थे है, किहड़े बॉर्डर ते है, जां उत्थे की महसूस हुंदा जाके। जो उत्थे पहुंचे है उन्होंने वध पता है। इस करके उसनों नहीं पता जिहड़ा कदी चढ़िया ही नहीं, वो तो सिर्फ सुन के ही दस सकदा। जिसने देखा जो चढ़िया जहाज तो उसनों पता है भी आ चीज़ां होंदियां ने, इस तरह अप्लाई करीदा है जहाज ते चढ़न तो पहला, इस तरह सानू वीज़ा मिलता है, इस तरह टिकट ओके कराई दी है, इस तरह फिर इमीग्रेशन ऑफिसर दे कोल जाईदा,
इस तरह सानू बोर्डिंग पास मिलता, इस तरह फिर जहाज दे विच बैठीदा, फिर जदों उतरीदा, फिर उतों बाहर निकलण लगियां सानू एंट्री मिलती है। ये उन्होंने ही पता है जो यात्रा करदा होवे, जिसने अपने अंदर दी यात्रा की है उन्होंने पता है। जिसने बाणी नू अंतर्मुखी होके पढ़िया उसनों पता है सच की है, रब की परिभाषा की है। तो जेड़ा इस घर वाल कदी तुर के गया ही नहीं तो उसने यही कहना ये कुछ भी नहीं, वो ठीक कह रहा, वो गलत नहीं कह रहा, क्योंकि उसका फील्ड ही नहीं, क्योंकि उसका एक काम ही नहीं। इस करके उन्होंने किवें पता लगे, जिसका काम उसनों ही पता है। कई बार असीं कह दिंदे आ भी छड्ड दे, ये तेरे वस का काम नहीं, ये जिहदे वस का काम है वही कर सकदा है। इस करके वो परमात्मा रब उसनों समझना, उसनों पाउना, ये भी आम बंदे दे वस की गल नहीं। हाँ, जे कोई गुरु वाल मूँह कर लेगा, जे कोई गुरु की कीर्तन कथा शब्द बाणी की विचार सुन लेगा तो हौली हौली उन्होंने समझ लगनी शुरू हो जाएगी। जिवें छोटे जे बच्चे नूं तोतली जवान दे नाल बोली सिखाउण तो बाद हौली हौली आपे ही बोलना आ जाता है। एक बच्चा जिसनों एक दिन पापा भी नहीं कहना हुंदा सी, माँ बाप ने सिखाया, जदों वो वड्डा हो जाता है, जिस माँ बाप ने उसनों पापा मम्मा कहना सिखाया हुंदा वो उसनों ही गल्लां सिखाउण लग पैंदा। तुहानूं नहीं पता, मेरी गल सुनो, ऐदा हो जाता है ना। एक दिन दे उसनों कोई अखर बोलना भी नहीं सी आउंदा, पर जदों उसनों सिखाया गया वो सीख गया तो फिर उसने सिखाउण वाले नूं ही सिखाउणा शुरू कर दिता। जदों कोई गुरु दे कोल आउंदा है, गुरु दी गल सुनदा है, फिर गुरु दे नाल हमेशा टच रहिंदा है ते महाराज जी कहंदे उसनों ज्ञान हो जांदा। फिर वो आप नहीं तरदा, फिर वो ज्ञान आप नहीं प्राप्त करता, दूसरे नूं भी ज्ञान देना शुरू कर दिंदा। भाई आ चीज़ इस तरह है, इनू इंज करो, ये चीज़ गलत है, इसनों ना करो, वो भी ज्ञान देन लग जाता है। पर उसनों ज्ञान कितों प्राप्त होया? अपने गुरु तो। भाई रे गुर बिन ज्ञान ना होई। इसलिए ही असी गुरु दे कोल सोझी लैण दे लई रोज़ आउंदे हां, गुरु दे शब्द दी विचार करदे हां। सो शब्द दी पंक्ति आरंभ होई है, प्रभ के सिमरन गर्भ ना बसै, प्रभ कै सिमरन दुख जम नसै। जिहड़ा दुख है इनू जम का रूप कहा जाता है। किसी भी तरह का दुख सानू जिहड़ा चिंबड़दा है ये जम रूप है, जां जिहड़े पंज साडे अंदर बैठे ने ये भी जम रूप हैं। काम क्रोध लोभ मोह अहंकार, इन्हां जमा तो कम किद्दां लैणा ध्यान देना। सौखी उदाहरण तुहाडे नाल सांझी करदा हुन्ना। कोई डंगर, कोई भी डंगर जिन्हों असी हल लई वाहुंदे आ, कोई राजी नहीं भी मैं हल वावां, उसनूं प्राणी दे नाल, छेंटे दे नाल, डंडे दे नाल किसान उहनूं डरा के उठाउंदा है, उसनूं गड्डे दे अगे, रेड़े दे अगे, हल दे अगे जोंदा है। जुले हेठां ओहदा सिर डंडा मार के कहंदा चल लगे तां हो जांदा है, वो नहीं जांदा अपने आप। ते बाणी विच पंक्ति बड़ी बारी पढ़ी है, मन कूटे तो जमदे छुटे जदों मन गुरु दे घर दे विच, गुरु दे चरनां विच नहीं आउंदा, महाराज जी कहंदे इहनूं डंडा मारिया कर। सौखी उदाहरण है। हस्ती सिर ज्यों अंकुश है, देखो नाली पंक्ति आ गई। हाथी की ओ हाँ, हाथी कौन है? जानवर है। हाथी जिहड़ा है वो एवें नहीं सजे कबे मुड़ जाता, जिहड़ा महावत बैठा वो कोई ना कोई इशारा करता है, वो सिर दे विच कुछ ना कुछ चोह लाउंदा भी इधर नूं जाना, तां उन्हूं पता लगता, डायरैक्शन देंदा उत्ते बैठा। हस्ती सिर ज्यों अंकुश है, अहरन ज्यों सिर दे, मन तने आगे रख के ऊभी सेव करे। मारे कहंदे इनू कुटिया कर, डंडा मारिया कर, इनू भी चोह मारिया कर। किसनू? मन नू।
मन नूं कह दिया कर, मन मूर्ख अजहू न समझत, सिख दे हारियो नीत, मना नानक भौजल, पार परे जो गावे प्रभु के गीत। मेरे मना जदों फिर तू रोया मैनू दोष ना दई, फिर तेनू मैं ये पंक्ति पढ़ाउणी है किहड़ी, मन मूर्ख काहे बिल लाई है, पुरब लिखे का लिखिया पाई है। जेड़ा कल दा दिन तेरा बीतिया तू उद्यम नहीं किया, तू हल नहीं चलाया, तू दुकान नहीं खोली, तू जॉब ते नहीं गया, ते कहना मेरा फ्यूचर जेड़ा वो वधिया बन जाए, नहीं बनना। अज नूं सफल करना पएगा, वर्तमान नूं चंगा बनाउणा पएगा, फ्यूचर अपने आप वधिया बनेगा। जिस दा अज वधिया नहीं उहदा कल भी नहीं वधिया, जिस दा अज चंगा है उहदा कल भी चंगा होएगा। इस करके महाराज जी मन नूं वार वार बाणी विच संबोधन करदे ने, जिहड़े मर्जी पातशाह दी बाणी लै लईए, ए मन प्यारिया तू सदा सच संभाले, इहो कुटुंब तू जे देखदा चले नाही तेरे नाले, इसलिए साथ तेरे चले नाही तिस नाल क्यों चित लाइए, ऐसा काम मूले ना कीचे जित अंत पछोताई। हुण अगली पंक्ति केड़ी है, सतगुर का उपदेश सुन तू होवे तेरे नाले, कहे नानक मन प्यारे तू सदा सच संभाल। मन नूं प्यार दे नाल भी समझाउंदे ने, मन नूं डंडे दे नाल भी समझाउंदे ने, मन नूं मूर्ख कह के भी समझाउंदे ने, मन नूं कुटहर कह के भी समझाउंदे ने। सतगुरु जी कहंदे ये समझ जाए, किसी तरह समझ जाए। कोई किसी नूं केवल अखां ही दिखा दिओ, कई बच्चे अखां दिखाउण दे नाल ही समझ जांदे ने। किसी नूं झड़का मारना पैंदा वो झड़के नाल समझ जांदा, किसी नूं चपेड़ दिखाउणी पैंदी ਉਹਦੇ ਨਾਲ समझ आंदा, किसी नूं चपेड़ मारनी पैंदी कोई ਉਹਦੇ ਨਾਲ समझदा है, किसी नूं डंडा दिखाउणा पैंदा ਉਹਦੇ ਨਾਲ समझदा है, किसी नूं डंडा मारना पैंदा ਉਹਦੇ ਨਾਲ समझ आंदा। ਜਿਹੜਾ सारियां चीज़ां द्वारा भी ना समझे वो कौन है, पशु तो भी हेठा, वो पशु तो भी हेठा। मैं पहला बेनती की पशु भी डंडा देख के, डंगर देखे ने जदों गड्डे अगे उन्होंने जोना होंगे अपने आप उठ के खड़े हो जाते हैं। कई डंगर मैं देखे ने, उन्होंने कई बार प्रैणी की भी जरूरत नहीं होंगी, डंडे की भी जरूरत नहीं, उन्होंने पता भी साडा हुण मालक आ गया, इन्हें खेतों में लैके जाना है, इन्हें पट्ठे वड्ढन लैके सानू लैके जाना नाल, उन्होंने पता लग जाता, वो अपने आप खड़े हो गए। कई होर भी कई जानवर जिहड़े एकदम खड़े होकर तुर पैंदे ने, ते जिहड़े नहीं तुरदे है ना, नहीं तुरदे उन्होंने फिर उठत बैठत ठेंगा पर, चार पांव दोए सिंह गुंग मुख, तब कैसे गुण गई है, उठत बैठत ठेंगा पर ही, तब कत मूड लुकइए, हर बिन बैल बिराने होई। सो पशु नहीं बनना, तू चंगा इंसान बनना, महाराज जी कहते। सो प्यारियां पंक्तियां, प्रभ के सिमरन दुख जम नसे, हर तरह के जमां दा डर दूर हो जाता है। सो आप जी ने सरवण कर लिया, जो चीज़ सानू परेशान ते दुख दिंदी है, चाहे कोई बंदा हो इंसानी जामे विच है, चाहे पशु पंछी के रूप दे विच है, वो साडे लई जम ही है, चाहे साडे अंदर जिहड़े 5 चोर बेकार बैठे ने, ये भी साडे लई जम ने, जे ये सानू गुरु तो तोड़दे हन। प्रभ के सिमरन, प्रभ कै सिमरन काल पर हरै। इतने नाल एक पंक्ति मैं साझी कर देवां, प्रभ कै असी पढ़ना, प्रभ के आम करके असी पढ़ दें, प्रभ के सिमरन दुख जमना से, प्रभ के सिमरन काल पर हरे, प्रभ के सिमरन दुश्मन डरे। इत्थे कै कक्के नूं दलावां हन, ते टरे दा मतलब टरे भी नहीं कहना, टरै रै, इत्थे भी दलावां हन। दुख जम नसै, नसे साडे को ज्यादा लाम पढ़ होंदी, मूँह ते चढ़ी हुई है।
सो जो असीं थोड़ा ध्यान नाल पढ़ांगे तो फिर प्रभ कै सिमरन काल पर हरै, प्रभ कै सिमरन दुश्मन टरै, प्रभ सिमरत कछ बिघन न लागै, प्रभ कै सिमरन अन दिन जागै। महाराज जी कहते विकार रूपी दुश्मन टल जाता है। सो प्रभु नूं याद कीतियां ਉਹਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਅਪਣਾਉਣ ਦੇ ਨਾਲ ਕੋਈ ਰੁਕਾਵਟ ਨਹੀਂ ਰਹਿੰਦੀ, ਕਿਉਂਕਿ ਗੁਰਮਤ ਜਿਹੜੀ ਹੈ ਸਾਨੂੰ ਰਾਹ ਦੱਸਦੀ ਹੈ। ਜਦੋਂ ਕਿਸੇ ਨੂੰ ਰਾਹ ਮਿਲ ਗਿਆ ਤੇ ਫਿਰ ਉਹ ਕਿਵੇਂ ਭਟਕੇਗਾ, ਰੁਕਾਵਟ ਕਿੱਦਾਂ ਆਏਗੀ? ਰਾਹ ਭੁੱਲਣ ਕਰਕੇ ਹੀ ਬੰਦਾ ਭਟਕਦਾ ਹੈ ਨਾ। ਜਦੋਂ ਗੁਰੂ ਨੇ ਰਾਹ ਹੀ ਦੱਸ ਦਿੱਤਾ, ਭੁੱਲੇ ਮਾਰਗ ਜਿਹਨੇ ਬਤਾਇਆ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗੈ, प्रभ कै सिमरन अन दिन जागै। महाराज जी नूं याद करन दे नाल मनुख दे विच सुचेतता आ जांदी है जां सुचेत हो जांदा है, मनुख अलर्ट रहिंदा है। कोई भी गल है, कोई भी चीज़ है, उसनूं बिल्कुल बहुत ज़्यादा ध्यान दे नाल वो सुनेगा और उस ते गौर करेगा। वो सुचेत रहिंदा है। समझ चेत अचेत मन मेरे, कथी संतन अकथ कहानी। चेते नाल सुचेत हो के सुचेत रहना, जिवें असीं कहीदा ना सीधे लफ्ज़ां विच भी सुचेत रहना। महाराज जी कहंदे प्रभ कै सिमरन अन दिन जागै। वो सदा ही सुचेत रहिंदा, सदा ही जागदा रहिंदा, सदा ही अलर्ट रहिंदा है। प्रभ कै सिमरन भौ ना व्यापै। परमात्मा नूं याद करन दे नाल, गुरु दी सिफत करन दे नाल हर किस्म दा डर भै जिहड़ा वो दूर हो जांदा है। डरना बहुत भैड़ी गल है। गुरु तेग बहादुर जी कहंदे डरना नहीं। जिंदगी दे विच जे डरना है ते पल पल मरना है। महाराज कहंदे ने भै काहू को देत न है, न पैमानत आन। ना किसी नूं डर विच पाउणा, ना किसी नूं डराउणा ते ना डरना। हाँ, एक चीज तू डरना, माड़े कर्म तू सबने डरना, पर किसी नूं डराउणा नहीं, ना किसी तो किसी किस्म दे नाल डरना। मतलब जिहड़ा सच दे राह ते तुरिया ਉਹਨੂੰ कोई हटाउण दा यतन करे, डराउण दा यतन करे, उसने अपने उस मार्ग तो पिछे डर के नहीं हटना। रात है डर लगदा है, सुनसान जगह है डर लगदा है। ते जेदे गुरु मेरे संग सदा है नाले, निरपो जपै सगल भाव मिटे, उन्नू डर नहीं लगदा। नहीं ते कल्ला बंदा हुंदा घर, कहंदा मैनूं अज डर जिहा लगदा है। कल्ले नूं नींद नहीं आउंदी, घर दे परिवार दे मैंबर घर नहीं सी, डर जिहा लगदा। मैं शमशान घाट दे कोलों लंघ जावां, किसे दी देह ही सड़दी बलदी होवे, मैनू डर लगदा। क्यों बई? यही ते चीज़ नूं मिटाउण दे लई रोज़ गुरु कोल बहिंदे आ। ਜਿਉਂਦੇ ਬੰਦਿਆਂ ਤੋਂ ਤਾਲੇ ਲਾਏ ਜਾਂਦੇ ਹਨ ਘਰਾਂ ਨੂੰ। ਜਿਹੜਾ ਸ਼ਮਸ਼ਾਨ ਘਾਟ ਵਿੱਚ ਜਲ ਗਿਆ ਉਹ ਤਾਲਾ ਖੋਲ ਕੇ ਸਾਡਾ ਸਮਾਨ ਲੈ ਕੇ ਜਾ ਸਕਦਾ ਨਹੀਂ। ਘਰ ਦੇ ਵਿੱਚ ਰੱਖਿਆ ਕੁੱਕਰ ਜਾਂ ਖੁੰਡੇ ਦੇ ਨਾਲ ਕਿੱਲੇ ਦੇ ਨਾਲ ਬੰਨਿਆ ਡੰਗਰ ਸਾਡਾ ਸੋਨਾ ਤੇ ਪੈਸੇ ਚੋਰੀ ਕਰ ਸਕਦਾ ਨਹੀਂ ਕਰ ਸਕਦਾ। ਕੌਣ ਕਰਦਾ? सानू पता कौन करदा? बंदा ही करदा है ना। ताले के तू बंदियां तू डर के तू बंदियां तू मुर्दियां तू डरना ते अज्ञानता। मुर्दे कुछ नहीं कहंदे। जे मृतक को बिष्टा माहिर लाई ते मृतक का क्या घट जाए। मुर्दे तो नहीं डरना, जिउंदे बंदे तो भी नहीं डरना। डराउंदे जिउंदे ही ने, मुर्दे ने की डराउना। ये तो एक अंदर शुरू तो साडे डर बिठा दिता गया। समा हो गया उधर नूं मैं नहीं ले जाना चाहता विशा। सानू किस ने डराया? रोटियां कारण पूरे ताल उस शैतान ने डराया जिसने अपनी रोटी तोरी फुलका तोरी रखना सी, उसने सानू डरा दिता।
जन्म के संबंध विच डरा दिता, सूतक दियां गल्लां सुना के डरा दिता। गुरु नानक ने सूतक दा डर कढ दिता। पता सूतक दियां पंक्तियां आसा दी वार दे विच आउंदियां ने, गोए अते लकड़ी अंदर कीड़ा होए। भी सूतक दे विच सानू देखो साडियां पुरानियां बजुर्ग बीबियां किद्दां सानू डरा दिंदियां सन। बजुर्ग डरा सूतक दे विच है, सूतक विच इदां हो जाए, आ हो जाए, बड़ा माड़ा हुंदा, आ हुंदा। गुरु नानक महाराज जी जदों आए नाल ही भंड के रख दिता उन्होंने। ये डर ने महाराज जी कहंदे ये जम्मण वेले कई तरह के रीति रिवाज डर, मरण वेले कई रीति रिवाज डर, ये अंदरों कढ़ने ने केदे निकलणगे। प्रभ कै सिमरन भौ ना व्यापे। जे डर बने रहे इहदा मतलब नहीं याद किया, जे डर बनया रहे इहदा मतलब याद ही नहीं। इस करके डर जिसका निकल जाए वो कह सकता मेरे अंदर परमेश्वर का नाम है, नाम है। मैं जिवें पहला बेनती की थी, असी डरते हाँ पहले समय दे विच बच्चियां नूं मुर्दे कोल नहीं जाण दिता जांदा सी। ना 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 बच्चियां नूं मुर्दियां कोल नहीं जाण दिता जांदा सी। पर नहीं, ये चीज़ां साडे विचों निकलियां चाहिदियां हन। बच्चियां नूं सारी जिंदगी ये डर जिहड़ा सताउंदा रहेगा, उन्हां नूं समझाना चाहिए ये कुछ भी नहीं है, ये चीज़ कुछ भी नहीं है, ये मिट्टी है। कबीर माटी के हम पूतरे मानस राख्यो ना, कुछ नहीं हुंदा, कुछ नहीं इस नूं चिंबड़दा, कोई मुर्दा इस नूं डंग नहीं मारदा। ये सच्चियां गल्लां ने। हथ लाउण तो ना डरिया करो किसी मुर्दे नूं। जे कोई किसी शमशान घाट मुर्दा जाता है ना तो उसनूं कंधा देना चाहिए, क्योंकि सानू भी किसी ने देना। जे कोई किसी नूं आखिरी वक्त नवाया जाता है, मैं देखिया कईयां नूं परां परां भजदे ने, सच्ची मैं देखिया, मैं बिल्कुल देखिया कि मैं अपने आप कदी गल नहीं करदा। कई थां मैं इस तरह देखिया, मैं क्या भी इनू उठाओ, कोई चार भरा नहीं अगे आउंदे, पता नहीं की गल। मैं एक दो जगह ऐसा देखा भी किन्ना चिर लग गया भी अगे ना कोई आवे, चुकन नूं ना कोई आवे, पता नहीं की डर। ये डर एक दिन का नहीं, बहुत चिर दा, बहुत चिर दा। कुछ नहीं हुंदा, कख नहीं हुंदा। ये सारे वहम ते डर पाए हुए ने। मैं अपनी परसनल एक गल साझी कर देना तुहाडे नाल, क्योंकि उदों तक यकीन नहीं होंदा। मेरी मैरिज रखी हुई सी ते गुरुद्वारा अकाली गुरुद्वारा साहब मैनूं भाई साहब कहंदे भई उत्थे मैं ड्यूटियां लाउंदा सी, वो अखंड पाठ साहब दी ते नाल अखंड पाठ भी रखने, आ भी करना, ओ भी करना। मैनूं कहंदे भाई साहब जी वो भी बड़े बिजी आ, तुसीं जाके संस्कार करा के आओ। उधर घरदियां ने हत्थां च गाने बन्ने, आ कीता ओ कीता। मैं चुप करके चला गया। बीबियां ने तो कहना ही हुंदा कि आ ठीक नहीं। सच्चे पातशाह की कृपा, कोई किसी किस्म की अड़चन नहीं। कारज इदां हुंदे, कारज इस तरह होए सोच भी नहीं सकता, कोई सोच भी नहीं सकता। मैं उधर नहीं जाना चाहता, फिर कोई कह देगा बाबा जी अपनी सिफत कर लगे। कारज रब इदां करदा है ना, सब रस्ते साफ। कोई नहीं चिंबड़िया, कोई किसी ने कख नहीं किया, मुर्दे ने रात को तंग नहीं किया। ये मतलब पंक्ति चली है ना, प्रभ के सिमरन भौ ना व्यापै। जो अंदर वस गया ना रब, फिर कोई नहीं भूत चड़ेल, कोई डैना डोना इसनों सताउणगियां नहीं। ते जे सिमरन नहीं है, महाराज जी कहते तू ही भूत का रूप है। भूत चड़ेल किसी को ना कहीं तू, मैं नहीं कहता। फिर मैं इसका जवाब बाणी राही दे दिना, फिर एकदम सानू समझ लग जाती है। कबीर जय कर साधना सेविया, हर की सेवा ना है तेहे घर मरहट सारक, भूत वसै तिन माहे। हुण कौन भूत ने, कौन अवगत है? जिहड़ा परमेश्वर तो दूर है, जिस दे घर विच पूजा पाठ नहीं, बंदगी नहीं, रब दा शुकराना नहीं, ओ ने। महाराज जी कहते तू खुद है, किसी नूं मत कहीं भी ओ इस तरह है, वो उस तरह है। नहीं नहीं। आखिरी पंक्तियां,
ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਮਹਾਰਾਜ ਜੀ ਕਹਿੰਦੇ ਉਹਦੀ ਯਾਦ ਵਿੱਚ ਜਿਹੜਾ ਜੁੜਿਆ ਰਹਿੰਦਾ ਹੈ ਉਹ ਕਦੇ ਵਿਆਕਲ ਨਹੀਂ ਹੁੰਦਾ ਦੁੱਖ ਦੇ ਵਿੱਚ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਗੁਰਮੁਖਾਂ ਦੀ ਸੰਗਤ ਦੇ ਵਿੱਚ ਉਹਦਾ ਜਦੋਂ ਨਾਮ ਲਿਆ ਜਾਏ, ਧਿਆਨ ਦੇਣਾ ਘਰ ਦੇ ਵਿੱਚ ਵੀ ਲੈਂਦੇ ਆ, ਬਹੁਤ ਚੰਗਾ, ਬਹੁਤ ਮੁਬਾਰਕ। ਜਦੋਂ ਅਸੀਂ ਸੰਗਤ ਵਿੱਚ ਜਾ ਕੇ ਲੈਂਦੇ ਹਾਂ ਉੱਥੇ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ। ਜੋ ਮੈਂ ਤੁਹਾਡੇ ਨਾਲ ਵਿਚਾਰ ਕਰਦਾ, ਮੈਂ ਆਪਣੇ ਘਰ ਬੈਠ ਕੇ ਕਦੇ ਵੀ ਇਸ ਤਰ੍ਹਾਂ ਕਰ ਨਹੀਂ ਸਕਦਾ। ਨਾ ਹੀ ਮੈਨੂੰ ਉੱਦਾਂ ਦਾ ਰਸ ਬਣਨਾ ਤੇ ਨਾ ਹੀ ਮੈਨੂੰ ਉਸ ਤਰ੍ਹਾਂ ਦੀ ਅੰਦਰੋਂ ਫੀਲਿੰਗ ਆਉਣੀ ਹੈ, ਕਿਉਂਕਿ ਇੱਥੇ ਮੈਂ ਮੰਨ ਕੇ ਬੈਠਾ ਮੇਰਾ ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮੇਰੇ ਅੰਗ ਸੰਗ ਹੈ, ਮੇਰੇ ਹਾਜ਼ਰ ਨਾਜ਼ਰ ਹੈ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਮੈਨੂੰ ਆਪ ਬੁਲਾ ਰਿਹਾ। ਆਖਰੀ ਪੰਕਤੀ, ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਸੋ ਜੋ ਅਕਾਲ ਪੁਰਖ ਦੇ ਨਾਲ ਪਿਆਰ ਕਰਦਾ ਹੈ, ਮਹਾਰਾਜ ਜੀ ਕਹਿੰਦੇ ਸਾਰੇ ਖਜ਼ਾਨਿਆਂ ਦਾ ਉਹ ਮਾਲਕ ਬਣ ਜਾਂਦਾ ਹੈ। ਸਰਬ ਨਿਧਾਨ, ਸਰਬ ਨਿਧਾਨ ਨਾਨਕ ਹਰ ਰੰਗ। ਨਾਨਕ ਦੇ ਰੰਗ ਦੇ ਵਿੱਚ ਜਿਹੜਾ ਰੰਗਿਆ ਜਾਂਦਾ ਹੈ, ਨਾਨਕ ਦੇ ਪ੍ਰੇਮ ਦੇ ਵਿੱਚ ਜਿਹੜਾ ਰਤਿਆ ਜਾਂਦਾ ਹੈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ। ਇਹ ਸੀ ਅੱਜ ਦੇ ਸ਼ਬਦ ਦੀ ਦੂਸਰੀ ਪੌੜੀ ਸੁਖਮਨੀ ਸਾਹਿਬ ਜੀ ਦੀ। ਕੱਲ ਦੀ ਪੌੜੀ ਆਰੰਭ ਹੋਏਗੀ, ਪ੍ਰਭ ਕੈ ਸਿਮਰਨ ਰਿੱਧ ਸਿੱਧ, ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਸੋ ਕੱਲ ਇਹ ਪੰਕਤੀਆਂ, ਇਹਦੇ ਵਿੱਚ ਕੀ ਵਿਚਾਰ ਆਏਗਾ? ਗੁਰੂ ਮਹਾਰਾਜ ਜੀ ਮਿਹਰ ਕਰਨ, ਆਪ ਸਰਬੱਤ ਦਾ ਭਲਾ ਕਰਨ, ਆਪ ਜੀ ਨੂੰ ਤੰਦਰੁਸਤੀਆਂ ਮਿਲਣ। ਤੁਸੀਂ ਰੋਜ਼ ਆਇਆ ਕਰੋ, ਤੁਹਾਡੇ ਅੰਦਰੋਂ ਰੋਗ ਮਿਟ ਜਾਣਗੇ। ਜਿਹਦੇ ਕੋਲ ਤੁਰ ਨਹੀਂ ਨਾ ਹੁੰਦਾ ਉਹਦੇ ਕੋਲ ਤੁਰਿਆ ਜਾਏਗਾ, ਸੱਚੀ ਹੈ। ਜਿਹਦੇ ਕੋਲ ਬੈਠਿਆ ਨਹੀਂ ਨਾ ਜਾਂਦਾ ਉਹਦੇ ਕੋਲ ਬੈਠਿਆ ਜਾਏਗਾ। ਜਿਹਦਾ ਸਰੀਰ ਕੰਮ ਨਹੀਂ ਨਾ ਕਰਦਾ ਉਹਦਾ ਸਰੀਰ ਠੀਕ ਹੋ ਜਾਏਗਾ। ਇਹ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਜਦੋਂ ਸਿਰ ਤੇ ਹੱਥ ਧਰਦੇ ਨੇ ਨਾ ਸਤਿਗੁਰੂ, ਨਿਰਮਲ ਕਰ ਦਿੰਦੇ ਨੇ, ਨਿਰਮਲ ਕਰ ਦਿੰਦੇ ਨੇ। ਅੰਦਰੋਂ ਸਾਰੀ ਮੈਲ ਕੱਢ ਕੇ ਬਿਲਕੁਲ ਸਦਾ ਰਹੇ ਕੰਚਨ ਸੀ ਕਾਇਆ। ਸੋ ਗੁਰੂ ਦੇ ਚਰਨਾਂ ਵਿੱਚ ਆਓ। ਗੁਰੂ ਮਹਾਰਾਜ ਜੀ ਸਰਬੱਤ ਦਾ ਭਲਾ ਕਰੋ, ਸਾਰੇ ਸੰਸਾਰ ਵਿੱਚ ਸੁਖ ਸ਼ਾਂਤੀ ਵਰਤਾਓ। ਦੇਸ਼ ਵਿਦੇਸ਼ ਬੈਠੇ ਬੱਚਿਆਂ ਦੇ ਕਾਰਜ ਰਾਸ ਕਰੋ। ਪਰਿਵਾਰਾਂ ਬੱਚਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੋ। ਸਭ ਦਾ ਹੀ ਭਲਾ ਕਰੋ। ਭੁੱਲਾਂ ਚੁੱਕਾਂ ਦੀ ਕਿਮਾਇਨੀ ਸੇਵਾ ਪ੍ਰਵਾਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।